ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕ ਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਪ੍ਰਾਈਮ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਤੇ ਪੰਜਾਬ ਦੇ ਆਮ ਲੋਕਾਂ ਦੇ ਨਾਲ ਜੁੜਿਆ ਪ੍ਰਾਈਮ ਮੁੱਦਾ। ਗੱਲਬਾਤ ਕਰਾਂਗੇ ਗੋਲੀकांड ਦੇ ਮਾਮਲੇ ਨੂੰ ਲੈ ਕੇ। ਕੋਟਕਪੂਰਾ ਗੋਲੀकांड ਦੇ ਮਾਮਲੇ ਦੇ ਵਿੱਚ SIT ਦੇ ਵੱਲੋਂ ਸੰਮਣ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਨੂੰ 30 ਅਗਸਤ ਨੂੰ ਸਵੇਰੇ 10:30 ਵਜੇ ਜਿਹੜਾ ਉਹ ਪੇਸ਼ ਹੋਣਗੇ। ਪਰ ਉਸ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਵੱਡਾ ਖੁਲਾਸਾ ਕਰ ਦਿੱਤਾ ਹੈ ਕਿ ਕਿਸਨੇ ਉਸ ਸਮੇਂ ਜਿਹੜਾ ਗੋਲੀकांड ਜਿਹੜਾ ਵਾਪਰਿਆ ਉਹਦੇ ਵਿੱਚ ਗੋਲੀ ਚਲਾਉਣ ਦੇ ਹੁਕਮ ਜਿਹੜੇ ਆ ਉਹ ਕਿਹਨੇ ਦਿੱਤੇ ਸੀਗੇ। ਹੁਣ ਤੱਕ ਸਵਾਲ ਬਣਿਆ ਹੋਇਆ ਸੀਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ, ਗ੍ਰਹਿ ਮੰਤਰੀ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੀ ਤੇ DGP ਜਿਹੜੇ ਆ ਉਹ ਸਮੇਤ ਸਿੰਘ ਸੈਣੀ ਸੀ। ਆਖਰ ਕਿਸਨੇ ਜਿਹੜਾ ਉਹ ਗੋਲੀ ਚਲਾਉਣ ਦੇ ਹੁਕਮ ਦਿੱਤੇ ਸੀ? ਤਾਂ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਪੇਸ਼ੀ ਤੋਂ ਪਹਿਲਾਂ ਯਾਨੀ 30 ਅਗਸਤ ਨੂੰ ਪੇਸ਼ੀ ਹੋਣੀ ਹੈ SIT ਦੇ ਅੱਗੇ, ਤਾਂ ਹੁਣ ਉਹਨਾਂ ਨੇ ਖੁਲਾਸਾ ਕਰ ਦਿੱਤਾ ਹੈ ਕਿ ਕਿਹਦੇ ਵੱਲੋਂ ਜਿਹੜੀ ਆ ਗੋਲੀ ਚਲਾਈ ਗਈ ਸੀ। ਕਿਹਦੇ ਵੱਲੋਂ ਚਲਾਈ ਗਈ ਸੀ ਗੋਲੀ? ਕੀ ਸੁਖਬੀਰ ਬਾਦਲ ਦੇ ਵੱਲੋਂ ਖੁਲਾਸਾ ਕੀਤਾ ਗਿਆ ਕਿ ਹੁਣ ਉਹਨਾਂ ਦੀ ਗ੍ਰਿਫਤਾਰੀ ਹੋਊਗੀ ਜਾਂ ਨਹੀਂ ਹੋਊਗੀ, ਉਸ ਤੇ ਗੱਲਬਾਤ ਕਰਾਂਗੇ। ਤਾਂ ਉਧਰ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਵਾਰ ਫਿਰ ਤੋਂ ਸਿਆਸੀ ਧਮਾਕਾ ਕੀਤਾ ਹੈ, ਆਪਣੀ ਸਰਕਾਰ ਅਤੇ ਅਫਸਰਸ਼ਾਹੀ ਨੂੰ ਨਿਸ਼ਾਨੇ ਤੇ ਲਿਆ ਤੇ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਸਰਕਾਰ ਵੀ ਫਸੀ ਹੈ, ਸੁਖਬੀਰ ਸਿੰਘ ਬਾਦਲ ਵੀ ਫਸੇ ਨੇ। ਲਗਾਤਾਰ ਕੁੰਵਰ ਵਿਜੇ ਪ੍ਰਤਾਪ ਬਾਦਲਾਂ ਤੇ ਆਪਣੀ ਸਰਕਾਰ ਤੇ ਅਫਸਰਸ਼ਾਹੀ ਤੇ ਹਮਲਾਵਰ ਹੁੰਦੇ ਜਾ ਰਹੇ ਨੇ। ਇਹ ਕੀ ਕੁਝ ਕਹਿੰਦੇ ਨੇ ਕੁੰਵਰ ਵਿਜੇ ਪ੍ਰਤਾਪ? ਕੀ ਕੁੰਵਰ ਵਿਜੇ ਪ੍ਰਤਾਪ ਆਉਣ ਵਾਲੇ ਦਿਨਾਂ 'ਚ ਹਾਵੀ ਰਹਿਣਗੇ ਜਾਂ ਫਿਰ ਸਿਰਫ ਬਿਆਨਬਾਜ਼ੀ ਤੱਕ ਹੀ ਗੱਲਬਾਤ ਸੀਮਿਤ ਰਹੂਗੀ? ਕਿ ਸਰਕਾਰ ਉਹਨਾਂ ਦਾ ਪ੍ਰੈਸ਼ਰ ਮੰਨੇਗੀ ਜਾਂ ਨਹੀਂ ਮੰਨੇਗੀ? ਸਰਕਾਰ ਲਈ ਕੁੰਵਰ ਵਿਜੇ ਪ੍ਰਤਾਪ ਦੇ ਕਰਕੇ ਕਿੰਨੀਆਂ ਕੁ ਮੁਸ਼ਕਲਾਤਾਂ? ਇਹਨੇ ਇਸ ਪੂਰੀ ਅਹਿਮ ਖਬਰ ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਆਣਕੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਸਰ। ਅੱਜ ਨਾ ਸੁਖਬੀਰ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਹੈ ਦੋ ਹਿੱਸਿਆਂ 'ਚ ਕੀਤੀ ਹੈ। ਦੋਵੇਂ ਹੀ ਮੁੱਦੇ ਜਿਹੜੇ ਬੜੇ ਅਹਿਮ ਸੀ ਔਰ ਮੈਨੂੰ ਲੱਗਦਾ ਹੈ ਕਿ ਆਪਾਂ ਇੱਕ ਜਿਹੜਾ ਉਹ ਸਭ ਤੋਂ ਜ਼ਿਆਦਾ ਅਹਿਮ ਮੁੱਦਾ ਉਹ ਤੇ ਆਪਾਂ ਗੱਲਬਾਤ ਕਰੀਏ। ਦੂਜਾ ਜਿਹੜਾ ਮੁੱਦਾ ਉਹ ਅਸੀਂ ਭੁੱਲੇ ਨਹੀਂ। ਸਾਡੇ ਦਰਸ਼ਕਾਂ ਨੂੰ ਕਈ ਵਾਰੀ ਏਦਾਂ ਨਾ ਹੋਵੇ ਕਿ ਸਰਕਾਰ ਦੇ ਖਿਲਾਫ ਜਿਹੜਾ ਮੁੱਦਾ ਉਹ ਸ਼ਾਇਦ ਇਹਨਾਂ ਨੇ ਛੱਡ ਦਿੱਤਾ, ਉਹ ਅਸੀਂ ਭੁੱਲੇ ਨਹੀਂ। ਉਹ ਮੁੱਦਾ ਜਿਹੜਾ ਅਸੀਂ ਸੈਕਿੰਡ ਨੰਬਰ ਤੇ ਸਮਝ ਕੇ ਉਹ ਅਸੀਂ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਕਰਾਂਗੇ। ਪਰ ਜਿਹੜਾ ਅਹਿਮ ਮਸਲਾ ਉਹ ਬੇਅਦਬੀਆਂ ਤੇ ਗੋਲੀकांडाਂ ਦਾ, ਕਿਉਂਕਿ ਇਹ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਇਹ ਮੁੱਦਾ, ਇਹ ਸਭ ਤੋਂ ਪਹਿਲੀ ਕਤਾਰ ਦਾ ਇਹ ਮੁੱਦਾ ਔਰ ਸਭ ਤੋਂ ਮਹੱਤਵਪੂਰਨ ਮੁੱਦਾ, ਇਸ ਕਰਕੇ ਅਸੀਂ ਇਸ ਨੂੰ ਚੁਣੇ। ਸਰ, ਲੰਬੇ ਸਮੇਂ ਤੋਂ ਇਹ ਗੱਲ ਕੀਤੀ ਜਾ ਰਹੀ ਸੀ ਕਿ ਬਾਦਲਾਂ ਤੇ ਕਾਰਵਾਈ ਨਹੀਂ ਹੋ ਰਹੀ ਜਾਂ ਫਿਰ ਗੋਲੀकांड ਜਿਹੜਾ ਹੋਇਆ ਉੱਥੇ ਵਾਪਰਿਆ ਉਹ ਗੋਲੀ ਚਲਾਉਣ ਦੇ ਹੁਕਮ ਜਿਹੜੇ ਆ ਉਹ ਦਿੱਤੇ ਕਿਹਨੇ ਹੈ? ਇਹ ਸਵਾਲ ਜਿਹੜਾ ਉਹ ਬਣਿਆ ਹੋਇਆ ਸੀਗਾ। ਤਾਂ ਸੁਖਬੀਰ ਸਿੰਘ ਬਾਦਲ ਨੂੰ ਸੰਮਣ ਵੀ ਹੋ ਗਿਆ SIT ਦੇ ਵੱਲੋਂ। 30 ਅਗਸਤ ਨੂੰ ਸਵੇਰੇ 10:30 ਵਜੇ ਪੇਸ਼ ਹੋਣ ਦੇ ਜਿਹੜੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਆ ਤੇ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਅਚਾਨਕ ਪ੍ਰੈਸ ਕਾਨਫਰੰਸ ਕਰਦੇ ਆ ਤੇ ਕਹਿ ਦਿੰਦੇ ਆ, ਦੱਸ ਦਿੰਦੇ ਆ ਕਿ ਕਿਹਦੇ ਵੱਲੋਂ ਗੋਲੀ ਚਲਾਈ ਗਈ ਆ। ਮੈਂ ਚਾਹੁੰਦਾ ਕਿ ਇਸ ਪ੍ਰੈਸ ਕਾਨਫਰੰਸ ਤੁਸੀਂ ਕਿਵੇਂ ਦੇਖਦੇ ਹੋ ਤੇ ਨਾਲੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਗੋਲੀ ਚਲਾਉਣ ਦੇ ਹੁਕਮ ਦਿੱਤੇ ਕਿਹਨੇ ਤੇ ਜੇ ਹੁਕਮ ਦਿੱਤੇ ਜਿਹਨੇ ਵੀ ਦਿੱਤੇ ਆ ਤਾਂ ਕੀ ਉਸ ਦੀ ਗ੍ਰਿਫਤਾਰੀ ਹੋਊਗੀ? ਤੇ ਜੇ ਸੁਖਬੀਰ ਬਾਦਲ ਨੇ ਨਹੀਂ ਵੀ ਦਿੱਤੇ, ਚਾਹੇ ਜਿਹਨੇ ਵੀ ਦਿੱਤੇ ਆ, ਕਿ ਸੁਖਬੀਰ ਬਾਦਲ ਦੀ ਜ਼ਿੰਮੇਵਾਰੀ ਨਹੀਂ ਬਣਦੀ? ਇਹ ਸਾਰੀਆਂ ਗੱਲਾਂ ਪਤਾ ਦੱਸੋ। ਸੁਖਵਿੰਦਰ ਜੀ, ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੁਖਬੀਰ ਸਿੰਘ ਬਾਦਲ ਵੱਲੋਂ, ਜਿਸ ਤਰੀਕੇ ਨਾਲ ਤੁਸੀਂ ਬਿਆਨ ਕੀਤਾ ਕਿ ਦੋ ਪੜਾਅ ਦੇ ਵਿੱਚ ਉਹ ਬੋਲੇ ਨੇ, ਇੱਕ ਤਾਂ ਸਰਕਾਰ ਮੌਜੂਦਾ ਸਰਕਾਰ ਦੀ ਕੁਝ ਨੀਤੀ ਦੀ ਉਹਨਾਂ ਨੇ ਆਲੋਚਨਾ ਕੀਤੀ ਤੇ ਦੂਜੇ ਪਾਸੇ ਕੋਟਕਪੂਰਾ ਗੋਲੀकांड ਦੇ ਵਿੱਚ ਦਿੱਤੇ ਆਰਡਰਾਂ ਦੇ ਸੰਬੰਧ ਵਿੱਚ ਉਹਨਾਂ ਨੇ ਖੁਲਾਸੇ ਕੀਤੇ ਆ। ਸੁਖਵਿੰਦਰ ਜੀ, ਅੱਜ ਇਹਦੀ ਗੱਲ ਅਸੀਂ ਬਾਅਦ ਚ ਕਰੀਏ, ਪਰ ਕੜੀਆਂ ਵੇਖੋ ਕਿ ਕਿਸ ਤਰੀਕੇ ਨਾਲ ਜੁੜਦੀਆਂ ਨੇ। ਇੱਕ ਪਾਸੇ SIT 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ 10:30 ਵਜੇ ਪੇਸ਼ ਹੋਣ ਦਾ ਆਦੇਸ਼ ਦਿੰਦੀ ਹੈ ਕਿ ਤਲਬ ਕੀਤਾ ਜਾਂਦਾ ਕਿ ਤੁਸੀਂ SIT ਦੇ ਸਾਹਮਣੇ ਪੇਸ਼ ਹੋਵੋ। ਐਨ ਉਸੇ ਮੌਕੇ ਤੇ ਹੀ ਉਸ ਤੋਂ ਕੁਝ ਸਮੇਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕਰ ਦਿੰਦੇ ਕਿ ਗੋਲੀकांड ਦੇ ਵਿੱਚ ਮੁੱਖ ਭੂਮਿਕਾ ਕਿਹਦੀ ਰਹੀ। ਤੇ ਇੱਕ ਗੱਲ ਬੜੀ ਮਹੱਤਵਪੂਰਨ ਆ, ਉਹ ਮਹੱਤਵਪੂਰਨ ਆ ਕਿ 1 ਸਤੰਬਰ ਨੂੰ ਬਰਗਾੜੀ ਮੋਰਚੇ ਵਾਲਿਆਂ ਨੇ ਵੀ ਅਗਲੇ ਐਕਸ਼ਨ ਦਾ ਜਿਹੜਾ ਐਲਾਨ ਜਿਹੜਾ ਉਹ ਕਰਦਾ ਹੈਗਾ। ਉਹਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਭੋਗ ਪਾਉਣ ਤੋਂ ਉਪਰੰਤ ਬਾਅਦ 'ਚ ਜਿਹੜੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਉਸ ਗੋਲੀकांड ਨੂੰ ਲੈ ਕੇ ਕੁਝ ਅਹਿਮ ਐਲਾਨ ਕੀਤੇ ਜਾ ਸਕਦੇ ਆ। ਸਰਕਾਰ ਉਹਦੇ ਪ੍ਰਤੀ ਕਿਹੋ ਜਿਹੀ ਨੀਤੀ ਅਖਤਿਆਰ ਕਰ ਰਹੀ ਹੈ, ਸਰਕਾਰ ਨੂੰ ਕਿਸ ਤਰੀਕੇ ਨਾਲ ਮਜਬੂਰ ਕੀਤਾ ਜਾਣਾ,
ਤੇ ਫਿਰ ਸਰਕਾਰ ਤੇ ਜਿਹੜਾ ਦਬਾਅ ਪਾਇਆ ਜਾਵੇ। ਸੋ ਇਹ ਜਿਹੜੀਆਂ 30 ਅਗਸਤ ਨੂੰ SIT ਵੱਲੋਂ ਤਲਬ ਕਰਨਾ ਤੇ ਸੁਖਬੀਰ ਸਿੰਘ ਬਾਦਲ ਦਾ ਇੱਕਦਮ ਸਾਹਮਣੇ ਆਣ ਕੇ ਪ੍ਰੈਸ ਕਾਨਫਰੰਸ ਕਰਨੀ, ਇਹਨਾਂ ਦੋਵਾਂ ਦਾ ਸੰਬੰਧ ਮੈਨੂੰ ਜਿੱਥੋਂ ਤੱਕ ਮਹਿਸੂਸ ਹੁੰਦਾ ਕਿ 1 ਸਤੰਬਰ ਨੂੰ ਬਰਗਾੜੀ ਮੋਰਚੇ ਨਾਲ ਸੰਬੰਧਿਤ ਲੋਕਾਂ ਦੇ ਉਸ ਐਲਾਨ ਨਾਲ ਸੰਬੰਧਿਤ ਆ ਕਿ ਉਹਦੇ ਤੋਂ ਬਚਣ ਕਰਕੇ ਹੀ ਸ਼ਾਇਦ ਜਿਹੜੀ SIT ਆ ਉਹਦੇ ਵਿੱਚ ਤੇਜ਼ੀ ਆ ਗਈ ਆ ਤੇ ਤੇਜ਼ੀ ਦੇ ਆਉਣ ਕਰਕੇ ਉਹਨਾਂ ਨੂੰ ਤਲਬ ਕਰ ਲਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ। ਤੇ ਸੁਖਬੀਰ ਸਿੰਘ ਬਾਦਲ ਨੇ ਵੀ ਐਨ ਮੌਕੇ ਤੇ ਉਸੇ ਵੇਲੇ ਇੱਕ ਤਰੀਕੇ ਨਾਲ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਲਾ ਜਿਹੜਾ ਝਾੜਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਕੜੀਆਂ ਜੋੜ ਕੇ ਵੇਖੋਗੇ ਤਾਂ ਇਹ ਇੱਕ ਬੜਾ ਵੈਲ ਪਲਾਨ ਤੁਹਾਨੂੰ ਲੱਗੇਗਾ। ਹੁਣ ਤੁਹਾਡੇ ਪ੍ਰਸ਼ਨ ਦਾ ਮੈਂ ਜਵਾਬ ਦੇਵਾਂ। ਜਿਹੜਾ ਪ੍ਰਸ਼ਨ ਤੁਸੀਂ ਸਿੱਧਾ ਮੈਨੂੰ ਕੀਤਾ ਕਿ ਉਸ ਵੇਲੇ ਸੁਖਬੀਰ ਸਿੰਘ ਬਾਦਲ ਕੀ ਕਹਿੰਦੇ, ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਗੋਲੀ ਚਲਾਉਣ ਦਾ ਜਿਹੜਾ ਫੈਸਲਾ ਸੀ ਉਸ ਵਕਤ ਤੇ ਮੌਜੂਦਾ SDM ਜਿਹੜੇ ਸਨ ਉਹਨਾਂ ਵੱਲੋਂ ਕੀਤਾ ਗਿਆ। ਉਹਨਾਂ ਨੇ ਲਿਆ ਫੈਸਲਾ, ਐਲਾਨ ਕਰ ਦਿੱਤਾ ਤੇ ਉਸ ਤੋਂ ਮਗਰੋਂ ਜਿਹੜੀ ਆ ਗੋਲੀ ਉੱਥੇ ਚੱਲਦੀ ਆ ਤੇ ਜਿਹਦੇ ਵਿੱਚ ਸਿੰਘ ਜਿਹੜੇ ਸ਼ਹੀਦ ਹੁੰਦੇ ਆ। ਬਕਾਇਦਾ ਤੌਰ ਤੇ ਇਸ ਰਿਪੋਰਟ ਇਹੋ ਜਿਹੀ ਜਿਹੜੀ ਜਾਣਕਾਰੀ ਆ ਕਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਆਪਣੀ ਰਿਪੋਰਟ 'ਚ ਦਰਜ ਕੀਤਾ, ਕਿਉਂਕਿ ਜਦੋਂ SDM ਨੂੰ ਤਲਬ ਕੀਤਾ ਗਿਆ ਜਾਂ ਇਨਕੁਆਇਰੀ ਸ਼ਾਮਲ ਜਾਂਚ ਕੀਤਾ, ਤਫਤੀਸ਼ੀ ਜਾਂਚ ਨੂੰ ਸ਼ਾਮਲ ਕੀਤਾ ਗਿਆ ਤਾਂ ਉਸ ਵਕਤ ਉਹਨੇ ਕਵਰ ਵਿਜੇ ਪ੍ਰਤਾਪ ਦੇ ਸਾਹਮਣੇ ਵੀ ਇਹ ਗੱਲ ਕਹੀ ਸੀ ਕਿ ਮੈਂ ਆਦੇਸ਼ ਜਿਹੜੇ ਗੋਲੀ ਚਲਾਉਣ ਦੇ ਦਿੱਤੇ। ਹੁਣ ਸੁਖਵਿੰਦਰ ਜੀ ਪ੍ਰਸ਼ਨ ਜਿਹੜਾ ਇਹ ਉੱਠਦਾ ਕਿ ਇੰਨੀ ਗੱਲ ਕਹਿਣ ਦੇ ਨਾਲ ਸੁਖਬੀਰ ਸਿੰਘ ਬਾਦਲ ਆਪਣੀ ਉਸ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਉਸ ਵੇਲੇ ਡਿਪਟੀ ਉਪ ਮੰਤਰੀ ਗ੍ਰਹਿ ਮੰਤਰਾਲੇ ਜਿਹੜਾ ਉਹਨਾਂ ਕੋਲ ਆ, ਜੇਕਰ SDM ਮੌਕੇ ਦੀ ਨਜ਼ਾਕਤ ਵੱਲ ਵੇਖ ਕੇ ਆਰਡਰ ਦਿੰਦਾ ਵੀ ਆ ਤਾਂ ਵੀ ਉੱਪਰੋਂ ਉਸ ਨੂੰ ਆਰਡਰ ਜਿਹੜੇ ਆ ਉਹ ਲੈਣੇ ਪੈਂਦੇ ਆ ਤੇ ਜ਼ਿੰਮੇਵਾਰੀ ਜਿਹੜੀ ਆ ਉਸ ਸਮੇਂ ਦੇ ਗ੍ਰਹਿ ਮੰਤਰਾਲੇ ਦੀ ਹੁੰਦੀ ਆ, ਕਿਉਂਕਿ ਇੱਕ ਵੀ ਗੋਲੀ ਅਗਰ ਪੁਲਿਸ ਦੀ ਨਾਲੀ ਚੋਂ ਚੱਲਦੀ ਆ ਉਸ ਦਾ ਹਿਸਾਬ ਜਿਹੜਾ ਉਹ ਦਿੱਤਾ ਜਾਂਦਾ। ਤਾਂ ਇੰਨੀ ਗੱਲ ਕਹਿ ਕੇ ਸੁਖਬੀਰ ਸਿੰਘ ਬਾਦਲ ਬਚ ਨਹੀਂ ਸਕਦੇ। ਤੁਸੀਂ ਬੜਾ ਵਧੀਆ ਮਹੱਤਵਪੂਰਨ ਪ੍ਰਸ਼ਨ ਇੱਕ ਜੋੜਿਆ ਕਿ ਕੀ ਹੁਣ SDM ਦੀ ਗ੍ਰਿਫਤਾਰੀ ਹੋਵੇਗੀ। ਬਿਲਕੁਲ, ਜੇਕਰ ਉਸ ਤਰੀਕੇ ਦੀ ਜੇਕਰ ਜਾਂਚ ਹੁੰਦੀ ਆ ਤਾਂ ਫਿਰ ਦੋਸ਼ੀ ਪਾਈ ਜੇ, ਯਕੀਨਨ SDM ਵੀ ਇਹ 'ਚ ਦੋਸ਼ੀ ਪਾਇਆ ਜਾਂਦਾ। ਮੈਂ ਉਸ ਇੱਕ SDM ਦਾ ਨਾਂ ਨਹੀਂ ਲਵਾਂਗਾ ਕਿਉਂਕਿ ਉਸ SDM ਨਾਲ ਮੇਰੇ ਬੜੇ ਨਿੱਜੀ ਤਾਲੁਕਾਤ ਨੇ, ਨਿੱਜੀ ਸੰਬੰਧ ਨੇ, ਮੇਰਾ ਦੋਸਤ ਆ। ਉਹ SDM ਇੱਕ ਇਲਾਕੇ ਦੇ ਵਿੱਚ ਤਹਿਸੀਲਦਾਰ ਤੋਂ ਪ੍ਰਮੋਟ ਹੋ ਕੇ ਉਹ ਮੇਰਾ ਦੋਸਤ ਜਿਹੜਾ SDM ਬਣ ਕੇ ਜਾਂਦਾ ਤਾਂ ਉੱਥੇ ਜਾ ਕੇ 2 ਜਾਂ 4 ਦਿਨ ਜਿੰਨਾ ਚਿਰ ਉਹਦਾ ਕਾਰਜਕਾਲ ਹੁੰਦਾ, ਇੱਕ ਸਮੇਂ ਉੱਥੇ ਝੁੱਗੀਆਂ ਨੂੰ ਅੱਗ ਲੱਗ ਜਾਂਦੀ ਆ। ਜਿਹੜੀਆਂ ਝੁੱਗੀਆਂ ਆਮ ਟੱਪਰਵਾਸ ਕਬੀਲਿਆਂ ਦੀਆਂ ਹੁੰਦੀਆਂ, ਤਾਂ ਜਦੋਂ ਝੁੱਗੀਆਂ ਨੂੰ ਅੱਗ ਲੱਗ ਜਾਂਦੀ ਆ ਤਾਂ SDM ਸਾਹਿਬ ਮੌਕੇ ਤੇ ਪਹੁੰਚਦੇ ਆ। ਉੱਥੇ ਹੋਈਆਂ ਮੌਤਾਂ ਦੀ ਜ਼ਿੰਮੇਵਾਰੀ ਉਸ ਜਿਹੜਾ PCS ਅਫਸਰ ਸੀ SDM ਉਹਦੇ ਉੱਤੇ ਪਾਈ ਗਈ ਤਾਂ ਉਸ SDM ਨੂੰ ਬਕਾਇਦਾ ਉਹ ਝੁੱਗੀਆਂ ਸੜਨ ਦੇ ਦੋਸ਼ ਦੇ ਵਿੱਚ 1.5 ਸਾਲ ਸਜ਼ਾ ਜੇਲ੍ਹ ਦੇ ਵਿੱਚ ਉਸਨੂੰ ਕੱਟਣੀ ਪਈ ਸੀ। ਹਾਲਾਂਕਿ ਉਹਦੇ ਵਿੱਚ ਉਹਦਾ ਦੋਸ਼ ਕੋਈ ਨਹੀਂ ਸੀ, ਸਿਰਫ ਦੋਸ਼ ਇਹ ਸੀ ਕਿ ਉਸ ਇਲਾਕੇ ਦਾ ਉਹ SDM ਸੀ ਤਾਂ ਉਹਦੇ ਝੁੱਗੀਆਂ ਨੂੰ ਅੱਗ ਲੱਗੀ ਤੇ ਜ਼ਿੰਮੇਵਾਰੀ ਪਸ਼ੂ ਸੜੇ ਸੀ ਉਹਦੇ ਵਿੱਚ ਝੁੱਗੀਆਂ ਦੇ ਵਿੱਚ, ਤਾਂ ਉਹ ਜ਼ਿੰਮੇਵਾਰੀ ਜਿਹੜੀ ਸੀ SDM ਤੇ ਆਇਦ ਕਰ ਦਿੱਤੀ ਗਈ ਤੇ SDM ਬਕਾਇਦਾ ਉਸ ਨੂੰ ਸਜ਼ਾ ਜਿਹੜੀ ਭੁਗਤਣੀ ਪਈ। ਲੁਧਿਆਣੇ ਜ਼ਿਲ੍ਹੇ ਨਾਲ ਸੰਬੰਧਿਤ ਉਹ SDM ਸਨ, ਅਜੇ ਵੀ ਹਨ। ਤਾਂ ਉਹਨੇ ਜੇਲ੍ਹ ਦੇ ਵਿੱਚ ਜਾ ਕੇ ਫਿਰ ਜਿਹੜੀਆਂ ਪੁਸਤਕਾਂ ਲਿਖੀਆਂ ਉਹ ਬੜੀਆਂ ਬਾਖਮਾਲ ਨੇ। ਕਹਿਣ ਦਾ ਅਰਥ ਹੈ ਕਿ ਜੇਕਰ SDM ਉੱਥੇ ਗੋਲੀ ਚਲਾਉਣ ਦੇ ਆਦੇਸ਼ ਦਿੰਦੇ ਨੇ ਤਾਂ ਉਹਦੀ ਤਾਂ ਗ੍ਰਿਫਤਾਰੀ ਫਿਰ ਹੋਣੀ ਚਾਹੀਦੀ ਆ, ਪਰ ਫਿਰ ਵੀ SDM ਇੰਨੀ ਸਥਿਤੀ ਦਾ ਮਾਲਕ ਨਹੀਂ ਹੁੰਦਾ ਕਿ ਆਪਣੇ ਪੱਧਰ ਤੇ ਉਹ ਗੋਲੀ ਚਲਾਉਣ ਦੇ ਆਰਡਰ ਦੇ ਦੇ। ਉਹਨੇ DC ਨੂੰ ਪੁੱਛਣਾ ਹੁੰਦਾ, DC ਨੇ ਫਿਰ ਉੱਪਰੋਂ ਕਮਿਸ਼ਨਰ ਨੂੰ ਪੁੱਛਣਾ ਹੁੰਦਾ, ਕਮਿਸ਼ਨਰ ਨੇ ਉੱਤੋਂ ਗ੍ਰਹਿ ਮੰਤਰੀ ਨੂੰ ਜਾਂ ਗ੍ਰਹਿ ਮੰਤਰਾਲੇ ਨੂੰ ਸੂਚਨਾ ਦੇਣੀ ਹੁੰਦੀ ਆ ਕਿ ਸਾਡੀਆਂ ਸਥਿਤੀ ਆਊਟ ਆਫ ਕੰਟਰੋਲ ਹੋ ਗਈ ਆ, ਹੁਣ ਦੱਸੋ ਆਦੇਸ਼ ਕੀ ਕੀਤੇ ਜਾਣ। ਸਭ ਤੋਂ ਪਹਿਲਾਂ ਪਾਣੀ ਦੀਆਂ ਤੋਪਾਂ, ਹਵਾਈ ਫਾਇਰਿੰਗ, ਪਲਾਸਟਿਕ ਦੀਆਂ ਗੋਲੀਆਂ, ਤੇ ਜੇ ਤੁਸੀਂ ਸਿੱਧੀਆਂ ਗੋਲੀਆਂ ਚਲਾਉਂਦੇ ਅੱਜ ਤੱਕ ਆਰਡਰ ਨਾ ਤਾਂ ਮੈਂ ਕਦੀ ਵੇਖਿਆ ਤੇ ਨਾ ਕਦੀ ਹੋਇਆ ਸਵਾਈ ਜਲਿਆਂਵਾਲੇ ਬਾਗ ਤੇ। ਜਲਿਆਂਵਾਲੇ ਬਾਗ 'ਚ ਜਨਰਲ ਡਾਇਰ ਨੇ ਜ਼ਰੂਰ ਇਹੋ ਜਿਹਾ ਕੰਮ ਕੀਤਾ ਕਿ ਜਿੱਥੇ ਕੋਈ ਵਾਰਨਿੰਗ ਨਹੀਂ ਸੀ ਦਿੱਤੀ ਗਈ ਤਾਂ ਉੱਥੇ ਵੀ ਇਹੋ ਜਿਹਾ ਹੀ ਕੁਝ ਵਾਪਰਿਆ। ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿ ਕੇ ਆਪਣਾ ਤੋੜਾ ਝਾੜਨ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਜੀ ਮੇਰੀ ਤਾਂ ਇਹਦੇ 'ਚ ਜ਼ਿੰਮੇਵਾਰੀ ਕੋਈ ਨਹੀਂ, ਇਹ ਤਾਂ SDM ਨੇ ਕੀਤਾ, ਇਹ ਬਿਲਕੁਲ ਫਿਰ ਉਸੇ ਤਰੀਕੇ ਦੇ ਬਿਆਨ ਹੋਣਗੇ ਜਿਸ ਤਰੀਕੇ ਨਾਲ ਭਾਰਤ ਭੂਸ਼ਣ ਆਸ਼ੂ ਕਹਿੰਦੇ ਜੀ ਵੇਖੋ ਜੀ ਮੈਂ ਤਾਂ ਮੰਤਰੀ, ਮੈਨੂੰ ਤਾਂ ਪਤਾ ਹੀ ਨਹੀਂ ਕਿ ਥੱਲੇ ਕੀ ਹੋ ਰਿਹਾ, ਢੋਆ ਢਵਾਈ ਕਿਹਨਾਂ ਚੀਜ਼ਾਂ ਤੇ ਜਾਂਦੀ ਹੈ, ਮੈਂ ਤਾਂ ਉੱਤੇ ਵੇਖਣਾ ਸੀ। ਸੁਖਬੀਰ ਸਿੰਘ ਬਾਦਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਜਿਹੜੇ ਉਹਨਾਂ ਦੇ ਫਾਦਰ ਸਾਹਿਬ ਸੀ, ਡਿਪਟੀ ਮੁੱਖ ਮੰਤਰੀ ਉਹ ਆਪ ਸੀ, ਗ੍ਰਹਿ ਮੰਤਰੀ ਉਹ ਆਪ ਸੀ, ਸਾਰੀ ਪਾਵਰ ਸਾਰੀ ਸਰਕਾਰ ਉਹਨਾਂ ਦੇ ਘਰੋਂ ਜਾਂਦੀ ਸੀ। ਤਾਂ ਤੁਹਾਨੂੰ ਚੇਤਾ ਹੋਊਗਾ ਅਣਖੀ ਸਾਹਿਬ, ਅਕਾਲੀ ਸਰਕਾਰ ਮੌਕੇ ਤਾਂ ਜੀ ਪੰਜਾਬ ਦੇ ਵਿੱਚ ਪੱਤਾ ਵੀ ਝੂਲਦਾ ਸੀ ਤਾਂ ਉਹ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪੁੱਛ ਕੇ ਝੂਲਦਾ ਸੀ। ਔਰ ਇੱਕ ਵਾਰੀ ਤੁਹਾਨੂੰ ਚੇਤਾ ਹੋਊਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਉਹ ਬਿਆਨ ਤੁਸੀਂ ਬੜਾ ਚਰਚਾ ਦੇ ਵਿੱਚ ਰਹਿੰਦਾ ਹੈ, ਜਿਹੜੇ ਉਹ ਕਹਿੰਦੇ ਸੀ ਕਿ ਮੈਨੂੰ ਕੀੜੀ ਜਾਂਦੀ ਵੀ ਜਿਹੜੀ ਕਹਿੰਦੇ ਦਿਖ ਜਾਂਦੀ ਹੈ, ਸੜਕ ਤੇ ਤੁਰੀ ਜਾਂਦੀ, ਕਿਤੇ ਲੰਘੇ ਜਾਂਦੇ ਹੋਣ ਤਾਂ ਕਹਿੰਦੇ ਕੀੜੀ ਵੀ ਇੰਨੀ ਬਰੀਕੀ ਦੀ ਨਜ਼ਰ ਹੈ ਉਹਨਾਂ ਦੀ ਪੰਜਾਬ ਦੀ ਸਿਆਸਤ ਨੂੰ ਲੈ ਕੇ, ਪੰਜਾਬ ਦੇ ਵਿੱਚ ਮੁੱਖ ਮੰਤਰੀ ਦੇ ਤੌਰ ਦੇ ਉੱਪਰ ਕਹਿੰਦੇ ਕੀੜੀ ਵੀ ਦਿਖ ਜਾਂਦੀ ਹੈ। ਤਾਂ ਕੀ ਗੋਲੀ ਕਾਂਡ ਜੋ ਵਾਪਰਿਆ ਉਹਦੇ ਦੋਸ਼ੀ
ਚਲੋ ਜੇ ਆਪਾਂ ਮੰਨ ਵੀ ਲਈਏ ਕਿਸੇ ਨੂੰ ਪੁੱਛਣ ਤਾਂ ਫਿਰ 1.5 ਸਾਲ ਦੇ ਵਿੱਚ ਇਹਨਾਂ ਤੋਂ ਫੜੇ ਕਿਉਂ ਨਹੀਂ ਗਏ? ਫੜੇ ਨਹੀਂ ਗਏ ਜਾਂ ਫਿਰ ਫੜੇ ਨਹੀਂ, ਇਹ ਵੀ ਜਿਹੜੇ ਦੋਸ਼ ਲੱਗਦੇ ਇਹਨਾਂ ਤੇ। ਸੁਖਵਿੰਦਰ ਜੀ, ਇਹ ਤਾਂ ਉਸ ਤੋਂ ਫਿਰ ਗੰਭੀਰ ਦੋਸ਼ ਨੇ ਕਿ ਜੇਕਰ ਐਸਡੀਐਮ ਨੇ ਗੋਲੀ ਚਲਾਈ ਤੇ ਤੁਸੀਂ ਐਸਡੀਐਮ ਦੇ ਖਿਲਾਫ ਕਾਰਵਾਈ ਕੀ ਕੀਤੀ? ਸਮੇਤ ਸਿੰਘ ਸੈਣੀ ਨੂੰ ਠੀਕ ਆ ਉਸ ਵੇਲੇ ਤੁਸੀਂ ਮੁਕਤ ਕਰ ਦਿੱਤਾ ਗਿਆ, ਪਰ ਉਸ ਤੋਂ ਇਲਾਵਾ ਕਿਸੇ ਪੁਲਿਸ ਅਫਸਰ ਤੇ ਕਿਸੇ ਹੋਰ ਵਿਅਕਤੀ ਤੇ ਕੋਈ ਪਰਚਾ ਜਿਹੜਾ ਐਸਡੀਐਮ ਤੇ ਪਰਚਾ ਨਹੀਂ ਕੋਈ ਦਰਜ ਹੋਇਆ, ਨਾ ਗ੍ਰਿਫਤਾਰੀ ਹੋਈ। ਬਾਅਦ ਦੇ ਵਿੱਚ ਜਾ ਕੇ ਚਰਨਜੀਤ ਸਿੰਘ ਸ਼ਰਮੇ ਦੀ ਕਾਂਗਰਸ ਸਰਕਾਰ ਦੇ ਸਮੇਂ ਜ਼ਰੂਰ ਗ੍ਰਿਫਤਾਰੀਆਂ ਹੁੰਦੀਆਂ ਜਾਂ ਉਸ ਕੰਜੇ ਦੇ ਵਿੱਚ ਕੱਸਿਆ ਜਾਂਦਾ, ਪਰ ਉਸ ਸਮੇਂ ਦੌਰਾਨ 2015 ਦੀ ਇਹ ਘਟਨਾ ਹੈ, 17 ਚ ਇਲੈਕਸ਼ਨ ਹੁੰਦੀ ਆ, ਉਸ ਵਕਤ ਤੱਕ ਸੁਖਬੀਰ ਸਿੰਘ ਬਾਦਲ ਕਿਉਂ ਚੁੱਪ ਰਹੇ? ਕਿਉਂ ਨਹੀਂ ਉਹਨਾਂ ਨੇ ਐਸਡੀਐਮ ਦੇ ਖਿਲਾਫ ਕੋਈ ਕਾਰਵਾਈ ਕੀਤੀ? ਕਿਉਂ ਨਹੀਂ ਉਹ ਜਿਹੜੀਆਂ ਸੰਗਤਾਂ ਸਨ, ਜਿਹੜੀਆਂ ਬਰਗਾੜੀ ਮੋਰਚੇ ਨਾਲ ਸੰਬੰਧਿਤ ਸਨ, ਕਿਉਂ ਉਹਨਾਂ ਨੂੰ ਟਾਰਚਰ ਕੀਤਾ ਗਿਆ? ਕਿਉਂ ਉਹਨਾਂ ਨੂੰ ਬਾਅਦ ਦੇ ਵਿੱਚ ਤਸ਼ੱਦਦ ਕੀਤਾ ਗਿਆ? ਜਿਸ ਤਰੀਕੇ ਤੁਹਾਡੇ ਕੋਲ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਪੀੜਤ ਜਿਹੜੇ ਕਈ ਵਾਰੀ ਇੰਟਰਵਿਊ 'ਚ ਕਹਿੰਦੇ ਆ ਕਿ ਕਿਸ ਤਰੀਕੇ ਨਾਲ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ, ਕਿਸ ਤਰ੍ਹਾਂ ਫਿਰ ਬਾਅਦ 'ਚ ਜਾ ਕੇ ਡਰਾਮਾ ਜਿਹੜਾ ਰਚਿਆ ਗਿਆ ਤੇ ਫਿਰ ਇਕਬਾਲਪ੍ਰੀਤ ਸਿੰਘ ਸੋਤਾ ਜਿਹੜੇ ਉਸ ਵਕਤ ਦੇ ਆਈਜੀ ਸਨ, ਉਹਨਾਂ ਨੇ ਝੂਠੇ ਬੰਦੇ ਫੜ ਕੇ ਪੇਸ਼ ਕੀਤੇ ਗਏ। ਇਹ ਸਾਰੇ ਸਕੈਂਡਲ ਦੇ ਵਿੱਚ ਸੁਖਵਿੰਦਰ ਜੀ ਬਾਦਲ ਪਰਿਵਾਰ ਕਿਸੇ ਵੀ ਸੂਰਤ ਵਿੱਚ ਮੁਕਤ ਨਹੀਂ ਹੋ ਸਕਦਾ। ਉਹ ਜਿੰਨੀਆਂ ਮਰਜ਼ੀ ਸਫਾਈਆਂ ਦੇ ਦੇਣ, ਜਿਹੜੇ ਉੱਤੇ ਮਰਜ਼ੀ ਜ਼ਿੰਮੇਵਾਰੀ ਸੁੱਟ ਦੇਣ, ਜਿਹੜੀ ਜ਼ਿੰਮੇਵਾਰੀ ਉਹਨਾਂ ਤੇ ਦੋਸ਼ ਜਿਹੜੇ ਲੱਗ ਚੁੱਕੇ ਨੇ, ਉਹਨਾਂ ਦੋਸ਼ਾਂ ਤੋਂ ਮੁਕਤੀ ਉਹਨਾਂ ਦੀ ਏਡੀ ਸੌਖੇ ਤਰੀਕੇ ਨਾਲ ਨਹੀਂ ਹੋ ਸਕਦੀ। ਤੇ ਸ਼ਾਇਦ ਇਹੋ ਹੀ ਕਾਰਨ ਆ ਹਰ ਦਿਨ ਸਰਦਾਰ ਸੁਖਬੀਰ ਸਿੰਘ ਬਾਦਲ ਬੈਕਫੁੱਟ ਤੇ ਜਾ ਰਹੇ ਨੇ। ਤੇ ਹੁਣ 30 ਤਰੀਕ ਨੂੰ ਜਿਸ ਦਿਨ SIT ਦੇ ਅੱਗੇ ਪੇਸ਼ ਹੋਣਾ, ਉਹ ਤਾਂ ਕਹਿੰਦੇ ਕਿ ਮੈਂ ਅੱਗੇ ਵੀ 2-4 ਵਾਰੀ ਪੇਸ਼ ਹੋ ਚੁੱਕਾ। ਅੱਗੇ ਜਦੋਂ ਪੇਸ਼ ਹੁੰਦੇ ਹੀ ਅੱਗੇ ਪੇਸ਼ ਦੇ ਹੋਣ ਦੇ ਤਰੀਕੇ ਸਰਕਾਰਾਂ ਜਿਹੜੀਆਂ ਕੁਝ ਹੋਰ ਤਰ੍ਹਾਂ ਦੀਆਂ ਸਨ, ਤਾਂ ਇਸ ਵੇਲੇ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਵਿੱਚ ਇਹ ਨੱਕ ਦਾ ਮੁੱਦਾ ਬਣਿਆ ਇਹ ਘਟਨਾ, ਤਾਂ ਸ਼ਾਇਦ ਉਸ ਦਿਨ ਇਹ ਵੀ ਹੋ ਸਕਦਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਫਤੀਸ਼ SIT ਦੇ ਸਾਹਮਣੇ ਪੇਸ਼ ਹੋਣ, ਤਾਂ ਫਿਰ ਅਗਲੇ ਕਹਿਣ ਕੋਈ ਗੱਲ ਨਹੀਂ 2 ਦਿਨ ਤੁਸੀਂ ਹੋਰ ਠਹਿਰੋ, ਫਿਰ ਤੁਹਾਨੂੰ ਵਾਪਸ ਭੇਜਾਂਗੇ, ਜਾਂਚ ਅਜੇ ਹੋਰ ਵੀ ਹੋ ਸਕਦੀ ਆ। ਕਿਉਂਕਿ ਜਿਸ ਤਰੀਕੇ ਪਰ ਗੱਲ ਇਹ ਆ ਕਿ ਇਸੇ ਕਰਕੇ ਸੁਖਬੀਰ ਸਿੰਘ ਬਾਦਲ ਦੇ ਉੱਪਰ ਸਵਾਲ ਅੱਜ ਜਿਹੜੇ ਕੁਮਰ ਵਿਜੇ ਪ੍ਰਤਾਪ ਨੇ ਚੱਕਿਆ, ਔਰ ਸੁਖਬੀਰ ਤੇ ਹੀ ਨਹੀਂ ਚੱਕੇ, ਉਹਨਾਂ ਨੇ ਸਰਕਾਰ ਤੇ ਵੀ ਚੁੱਕ ਦਿੱਤੇ ਆ। ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਸਮਨ ਨਹੀਂ ਸਗੋਂ ਦੀ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ। ਕਹਿੰਦੇ ਕਿ ਪਤਾ ਨਹੀਂ ਗ੍ਰਿਫਤਾਰ ਜਿਹੜਾ ਉਹ ਕੀਤਾ ਕਿਉਂ ਨਹੀਂ ਜਾ ਰਿਹਾ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲਾਂ ਜਿਹੜੀਆਂ ਕਹੀਆਂ ਕਿ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਕਿਸੇ ਨੇ ਉਹਨਾਂ ਦਾ ਰਿਮਾਂਡ ਹੀ ਨਹੀਂ ਮੰਗਿਆ ਤੇ ਕਿਸੇ ਨੇ ਉਹਨਾਂ ਦੇ ਚੰਗੀ ਤਰੀਕੇ ਦੀ ਪੈਰਵਾਈ ਨਹੀਂ ਕਹਿੰਦੇ ਕੀਤੀ, ਜਿਹਦੇ ਕਰਕੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਈ ਹੈ। ਇਹ ਤੋਂ ਭਾਵ ਇਹ ਹੈ ਕਿ ਸਰਕਾਰ ਜਿਹੜੀ ਆ ਉਹ ਸੁਹਿਰਦ ਨਹੀਂ ਇਹਨਾਂ ਪੂਰੇ ਮਾਮਲਿਆਂ ਨੂੰ ਲੈ ਕੇ। ਤੁਹਾਨੂੰ ਚੇਤਾ ਹੋਊਗਾ ਆਪਾਂ ਪ੍ਰੋਗਰਾਮ ਕੀਤਾ ਸੀਗਾ, ਉਦੋਂ ਵੀ ਕੁਮਰ ਵਿਜੇ ਪ੍ਰਤਾਪ ਨੇ ਇਹ ਗੱਲਾਂ ਕਹੀਆਂ ਕਿ ਭਾਈ ਸਾਡੀ ਸਰਕਾਰ ਦੇ ਵਿੱਚ ਜਿਹੜੇ ਅਫਸਰ ਜਾਂ ਜਿਹੜੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਆ, ਉਹਨਾਂ ਤੋਂ ਪੈਰਵਾਈ ਸਹੀ ਤਰੀਕੇ ਦੇ ਨਾਲ ਹੋ ਨਹੀਂ ਰਹੀ ਜਾਂ ਉਹ ਪੈਰਵਾਈ ਸਹੀ ਕਰਨੀ। ਹੁਣ ਉਹੀ ਗੱਲਾਂ ਹੁਣ ਤਾਂ ਸਿੱਧੇ ਤੌਰ ਤੇ ਕੁਮਰ ਵਿਜੇ ਪ੍ਰਤਾਪ ਨੇ ਗੱਲ ਕਹਿ ਦਿੱਤੀ ਹੈ ਕਿ ਭਾਈ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਵੱਲੋਂ ਪੈਰਵਾਈ ਸਹੀ ਨਹੀਂ ਕੀਤੀ ਗਈ, ਰਿਮਾਂਡ ਨਹੀਂ ਮੰਗਿਆ ਗਿਆ, ਜਿਹਦੇ ਕਰਕੇ ਉਹਨੂੰ ਜ਼ਮਾਨਤ ਮਿਲ ਗਈ ਹੈ। ਤੇ ਇਹਦੇ ਵਿੱਚ ਵੀ ਉਹਨਾਂ ਨੇ ਸਵਾਲ ਚੁੱਕ ਦਿੱਤੇ ਆ ਕਾਰਵਾਈ ਦੇ ਉੱਪਰ ਕਿ ਸੰਭਲ ਨਹੀਂ ਸਗੋਂ ਸਿੱਧੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ। ਸੁਖਵਿੰਦਰ ਜੀ ਦੇਖੋ, ਕਾਰਨ ਇਹ ਹੈ ਕਿ ਕੁਮਰ ਵਿਜੇ ਪ੍ਰਤਾਪ ਇਸ ਮੁੱਦੇ ਦੇ ਨਾਲ ਬੜੇ ਹੋਰ ਟੇਢੇ ਤਰੀਕੇ ਨਾਲ ਜੁੜੇ ਨੇ, ਸਿੱਧੇ ਤੌਰ ਤੇ ਜੁੜੇ ਹੋਏ ਨੇ ਕਿ ਇਸ ਮੁੱਦੇ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਜਾਂਚ ਕੀਤੀ ਤੇ ਜਿਸ ਤਰੀਕੇ ਨਾਲ ਇਸ ਕਰਕੇ ਉਹਨਾਂ ਨੂੰ ਇੱਕ ਵੱਡੀ ਕੀਮਤ ਅਦਾ ਕਰਨੀ ਪਈ। ਹਾਲਾਂਕਿ ਉਹ ਕਦੀ ਇਸ ਚੀਜ਼ ਨੂੰ ਕਦੀ ਮੰਨਿਆ ਨਹੀਂ ਕਿ ਮੈਂ ਬੜੀ ਵੱਡੀ ਕੀਮਤ ਅਦਾ ਕੀਤੀ ਆ, ਉਹ ਕਹਿੰਦੇ ਮੇਰੀ ਡਿਊਟੀ ਲੱਗੀ। ਪਰ ਆਮ ਲੋਕਾਂ ਦੀ ਨਜ਼ਰ 'ਚ ਜਿਸ ਤਰੀਕੇ ਨਾਲ ਕੁਮਰ ਵਿਜੇ ਪ੍ਰਤਾਪ ਨੇ ਇਸ ਮੁੱਦੇ ਨੂੰ ਤਫਤੀਸ਼ ਕੀਤਾ, ਇਹਦੀ ਜਾਂਚ ਕੀਤੀ ਤੇ ਬਾਅਦ ਦੇ ਵਿੱਚ ਵੀ ਇਨਸਾਫ ਨਹੀਂ ਮਿਲਿਆ, ਤਾਂ ਅਖੀਰ ਉਸ ਨੂੰ ਨੌਕਰੀ ਤੋਂ ਉਸਨੇ ਤਿਆਗ ਪੱਤਰ ਦਿੱਤਾ। ਉਹਦੀ ਇਸ ਸਾਰੇ ਮਾਮਲੇ ਦੇ ਉੱਤੇ ਬਰੀਕੀ ਨਾਲ ਆਖਿਆ ਤੇ ਜਿੱਥੇ ਵੀ ਉਸਦੀ ਕੋਸ਼ਿਸ਼ ਹੁੰਦੀ ਆ ਉਹ ਆਪਣੀ ਸਰਕਾਰ ਨੂੰ ਵੀ ਘੇਰਨ ਲੱਗਿਆ, ਇੱਕ ਗਰੇਜ਼ ਨਹੀਂ ਕਰਦੇ, 1 ਮਿੰਟ ਦਾ ਸਮਾਂ ਜਿਹੜਾ ਨਹੀਂ ਦਿੰਦੇ। ਅੱਜ ਜਦੋਂ SIT ਵੱਲੋਂ ਸੰਮਨ ਜਾਰੀ ਕਰਕੇ ਉਹਨਾਂ ਨੂੰ ਸੱਦਿਆ ਗਿਆ ਸੁਖਬੀਰ ਸਿੰਘ ਬਾਦਲ ਨੂੰ, ਤਾਂ ਉਹਨਾਂ ਦਾ ਉਸ ਤੋਂ ਮਗਰੋਂ ਬਿਆਨ ਹੁੰਦਾ ਕਿ ਉਹਨਾਂ ਨੂੰ ਸਿੱਧਾ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀ, ਕਿਉਂਕਿ ਅਜੇ ਤੱਕ ਜਿਹੜੀ ਉਹਨਾਂ ਦੀ ਰਿਪੋਰਟ ਪੇਸ਼ ਕੀਤੀ ਆ ਉਹ ਹਾਈ ਕੋਰਟ ਦੇ ਵਿੱਚ ਜ਼ਰੂਰ ਰੱਦ ਹੋਈ ਆ, ਪਰ ਫਰੀਦਕੋਟ ਜਿਹੜਾ ਸੈਸ਼ਨ ਕੋਰਟ ਆ ਉੱਥੇ ਰਿਪੋਰਟ ਅਜੇ ਵੀ ਪਈ ਆ, ਉਹਦੇ ਉੱਤੇ ਕਾਰਵਾਈ ਜਿਹੜੀ ਹੋ ਸਕਦੀ ਆ। ਉਹਨਾਂ ਵਿੱਚ ਇੱਕ ਵੀ ਲਾਈਨ ਜਿਹੜੀ ਕੱਟੀ ਨਹੀਂ ਗਈ। ਦੂਜੇ ਪਾਸੇ ਉਹਨਾਂ ਨੇ ਅੱਜ ਪਹਿਲੀ ਵਾਰ ਬਿਕਰਮ ਸਿੰਘ ਮਜੀਠੀਆ ਨੂੰ ਆਪਣੇ ਰਡਾਰ ਤੇ ਲਿਆ, ਜਿਹਦੇ ਵਿੱਚ ਬਿਕਰਮ ਮਜੀਠੀਆ ਨੂੰ ਰਡਾਰ ਤਾਂ ਲਿਆ ਹੀ ਲਿਆ, ਨਾਲ ਹੀ ਉਹਨਾਂ ਨੇ ਆਪਣੀ ਸਰਕਾਰ ਨੂੰ ਵੀ ਨਸ਼ੇ ਦੇ ਮੁੱਦੇ ਤੇ ਰਡਾਰ ਤੇ ਲੈ ਲਿਆ। ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਸ ਨੇ 2017 ਦੇ ਵਿੱਚ ਸਭ ਤੋਂ ਜ਼ਿਆਦਾ ਰੌਲਾ ਬਿਕਰਮ ਮਜੀਠੀਆ ਦੇ ਖਿਲਾਫ ਚਿੱਟਾ ਕਹਿ ਕੇ ਪਾਇਆ। ਦੂਜੇ ਪਾਸੇ ਉਸ ਸਮੇਂ ਲੋਕ ਸਭਾ ਮੈਂਬਰ ਭਗਵੰਤ ਸਿੰਘ ਮਾਨ ਨੇ ਇੱਕ ਬਕਾਇਦਾ ਤੌਰ ਤੇ ਕਿਕਲੀ ਬਣਾਈ, ਜਿਹਦੇ ਵਿੱਚ ਸੁਖਬੀਰ ਸਿੰਘ
ਬਿਕਰਮ ਮਜੀਠੀਆ ਦਾ ਜ਼ਿਕਰ ਸੀ ਚਿੱਟੇ ਵੇਚਣ ਦਾ। ਉਸ ਤੋਂ ਮਗਰੋਂ ਹੁਣ ਜਿਸ ਤਰੀਕੇ ਨਾਲ ਕਾਂਗਰਸ ਚਰਨਜੀਤ ਸਿੰਘ ਚੰਨੀ ਨੇ ਪਰਚਾ ਦਰਜ ਕੀਤਾ, ਬਿਕਰਮ ਮਜੀਠੀਆ ਨੂੰ ਅੰਦਰ ਜੇਲ੍ਹ ਦੇ ਵਿੱਚ ਡੱਕਿਆ ਗਿਆ, ਜ਼ਮਾਨਤ ਨਹੀਂ ਹੋਈ, ਤਾਂ ਫਿਰ 5 ਮਹੀਨਿਆਂ ਤੋਂ ਬਾਅਦ ਇੰਨੇ ਸੌਖੇ ਤਰੀਕੇ ਨਾਲ ਜਦੋਂ ਜ਼ਮਾਨਤ ਹੋ ਜਾਂਦੀ ਆ ਤੇ ਦੂਸਰੇ ਬੰਨੇ ਇੰਟਰਸਟਿੰਗ ਗੱਲ ਇਹ ਕਿ ਬਿਕਰਮ ਸਿੰਘ ਮਜੀਠੀਆ ਆਉਂਦਿਆਂ ਬਾਅਦ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਵਿਆਹ ਦੀ ਵਧਾਈ ਦਿੰਦੇ ਤੇ ਅੱਜ ਤੱਕ ਵੀ ਉਹਨਾਂ ਨੇ ਆਪਣੇ ਸੁਰ ਜਿਹੜੇ ਨੇ ਕਦੇ ਵੀ ਸਖਤ ਜਿਹੜੇ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੇ ਉਹਨਾਂ ਨੇ ਨਹੀਂ ਵਰਤੇ। ਤਾਂ ਇਹ ਸਭ ਤੋਂ ਕੀ ਅਰਥ ਜਾਂਦਾ ਕਿ ਜਿਹੜਾ ਅੰਦਰ ਕਾਫੀ ਕੁਝ ਉਹਨਾਂ ਦਾ ਵੀ ਹੋ ਚੁੱਕਾ ਤੇ ਜਿਸ ਤੋਂ ਸ਼ਾਇਦ ਕਮਰ ਵਿਜੇ ਪ੍ਰਤਾਪ ਸਿੰਘ ਦੁਖੀ ਆ। ਇਸ ਕਾਰਨ ਉਹਨਾਂ ਨੇ ਅੱਜ ਇਹ ਮੁੱਦਾ ਵੀ ਚੁੱਕਿਆ ਕਿ ਸਰਕਾਰ ਨੇ ਕਿਉਂ ਨਹੀਂ ਉਹਦੇ ਰਿਮਾਂਡ ਦੀ ਜਿਹੜੀ ਪੁਲਿਸ ਨੇ ਰਿਮਾਂਡ ਦੀ ਮੰਗ ਕੀਤੀ, ਜਿਸ ਕਰਕੇ ਰਿਮਾਂਡ ਠੀਕ ਤਰੀਕੇ ਨਾਲ ਮੰਗਿਆ ਹੀ ਨਹੀਂ ਗਿਆ। ਇਸ ਕੇਸ ਦੀ ਪੈਰਵੀ ਠੀਕ ਤਰੀਕੇ ਨਾਲ ਹੋ ਹੀ ਨਹੀਂ ਸਕੀ, ਜਿਸ ਕਰਕੇ ਉਹਨਾਂ ਨੇ ਚਿੱਟੇ ਦਾ ਵਪਾਰੀ ਨਾਂ ਨਹੀਂ ਲਿਆ, ਉਹਨੇ ਚਿੱਟੇ ਦਾ ਵਪਾਰੀ, ਜਿਸ ਕਰਕੇ ਜ਼ਮਾਨਤ ਲੈਣ ਵਿੱਚ ਸਫਲ ਹੋ ਗਿਆ। ਹੁਣ ਇਸ ਬਿਆਨ ਦੇ ਨਾਲ ਕਮਰ ਵਿਜੇ ਪ੍ਰਤਾਪ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ ਨੇ। ਇੱਕ ਤਾਂ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਗੋਲੀਕਾਂਡ ਦੇ ਦੋਸ਼ੀ ਦੇ ਆਧਾਰ ਤੇ ਬਣਾ ਕੇ ਉਸਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਬਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਢਿੱਲ ਬੱਠ ਦੀ ਨੀਤੀ ਤੇ ਵੀ ਉਹਨਾਂ ਨੇ ਸਵਾਲ ਚੁੱਕਦੇ ਹੋਇਆ ਆਪਣੀ ਸਰਕਾਰ ਨੂੰ ਘੇਰੇ ਵਿੱਚ ਸਵਾਲਾਂ ਦੇ ਘੇਰੇ ਵਿੱਚ ਲਿਆ ਹੈਗਾ, ਜਿਹਦੇ ਤੋਂ ਸਾਫ਼ ਜ਼ਾਹਿਰ ਹੁੰਦਾ ਕਿ ਕਮਰ ਵਿਜੇ ਪ੍ਰਤਾਪ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਇੱਕ ਗੁੱਸਾ ਇਹਨਾਂ ਘਟਨਾਵਾਂ ਨੂੰ ਲੈ ਕੇ ਉਸੇ ਤਰੀਕੇ ਨਾਲ ਚੱਲ ਰਿਹਾ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਸੀ, ਜਿਸ ਤਰੀਕੇ ਨਾਲ ਉਸ ਤੋਂ ਪਹਿਲਾਂ ਸੀ, ਤੇ ਉਸੇ ਤਰੀਕੇ ਨਾਲ ਉਹ ਗੁੱਸਾ ਅੱਜ ਵੀ ਬਰਕਰਾਰ ਆ ਤੇ ਸ਼ਾਇਦ ਇਹ ਕਦੋਂ ਤੱਕ ਬਰਕਰਾਰ ਰਹਿੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਸੁਖਵਿੰਦਰ ਜੀ ਇਹ ਗੱਲ ਕਹਿ ਦੇਵਾਂ, ਜਿਸ ਤਰੀਕੇ ਨਾਲ ਕਮਰ ਵਿਜੇ ਪ੍ਰਤਾਪ ਸਿੰਘ ਇਹਨਾਂ ਦੋ ਮੁੱਦਿਆਂ ਨੂੰ ਲੈ ਕੇ ਆਪਣੀ ਸਰਕਾਰ ਨੂੰ ਘੇਰਦੇ ਪਏ ਆ, ਤਾਂ ਜੇਕਰ ਕਮਰ ਵਿਜੇ ਪ੍ਰਤਾਪ ਸਿੰਘ ਕਿਸੇ ਦਿਨ ਇਹਦੇ ਸੰਬੰਧੀ ਅਸਤੀਫਾ ਦੇ ਦਿੰਦੇ ਆ ਤਾਂ ਫਿਰ ਮੇਰਾ ਖਿਆਲ ਆ ਕਿ ਜਿਹੜੀ ਸਥਿਤੀ ਆ ਸ਼ਾਇਦ ਆਮ ਆਦਮੀ ਪਾਰਟੀ ਦੇ ਹੱਥੋਂ ਨਿਕਲ ਜਾਵੇਗੀ, ਕਿਉਂਕਿ ਬਹੁਤ ਵੱਡੇ ਪੰਜਾਬ ਦੇ ਲੋਕਾਂ ਦਾ ਇੱਕ ਵਰਗ ਅਜਿਹਾ ਆ ਜਿਹੜਾ ਕਮਰ ਵਿਜੇ ਪ੍ਰਤਾਪ ਸਿੰਘ ਦੇ ਬਿਆਨਾਂ ਦੇ ਉੱਤੇ ਅੱਖ ਮੀਟ ਕੇ ਵਿਸ਼ਵਾਸ ਕਰਦਾ ਤੇ ਉਸ ਨੂੰ ਇੱਕ ਮਸੀਹੇ ਦੇ ਰੂਪ ਚ ਮੰਨਦਾ ਕਿ ਜਿਸ ਨੇ ਇਨਕੁਆਇਰੀ ਜਾਂਚ ਜਿਹੜੀ ਆ ਤੱਥਾਂ ਦੇ ਆਧਾਰ ਤੇ ਕੀਤੀ ਤੇ ਅਸਲ ਦੋਸ਼ੀਆਂ ਨੂੰ ਨੰਗਿਆ ਕਰਨ ਦਾ ਯਤਨ ਕੀਤਾ। ਜੀ ਬਿਲਕੁਲ ਬਿਲਕੁਲ, ਕਿਵੇਂ ਦੇਖਦੇ ਹੋ ਕਿ ਕਮਰ ਵਿਜੇ ਪ੍ਰਤਾਪ ਨੇ ਜਿਸ ਤਰੀਕੇ ਦੇ ਸਵਾਲ ਜਿਹੜੇ ਆ ਚੁੱਕ ਦਿੱਤੇ ਆ? ਦੇਖੋ ਸਿੰਗਲੇ ਦੇ ਮਾਮਲੇ ਦੇ ਉੱਪਰ ਆਮ ਆਦਮੀ ਪਾਰਟੀ ਫੇਲ ਨਜ਼ਰ ਆਈ ਹੈ, ਉਧਰੋਂ ਜਿਹੜਾ ਇੱਕ ਵਿਧਾਇਕ ਜਿਹੜੇ ਸੀਗੇ ਕਾਂਗਰਸ ਦੇ ਫੜੇ ਗਏ ਸਾਬਕਾ ਵਿਧਾਇਕ ਭੂਆ, ਉਹਨਾਂ ਨੂੰ ਜਿਹੜਾ ਜ਼ਮਾਨਤ ਮਿਲ ਜਾਂਦੀ ਹੈ ਉਹਨਾਂ ਤੇ ਵੀ ਫੇਲ ਨਜ਼ਰ ਆਈ ਹੈ, ਤਾਂ ਹੁਣ ਬਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ ਉਹਦੇ ਤੇ ਵੀ ਫੇਲ ਨਜ਼ਰ ਆਈ ਹੈ। ਵਾਰ-ਵਾਰ ਸਰਕਾਰ ਦਾ ਫੇਲ ਹੋਣਾ ਕਾਨੂੰਨੀ ਮੁੱਦਿਆਂ ਨੂੰ ਲੈ ਕੇ ਜਿਸ ਤਰੀਕੇ ਦੇ ਮੈਂ ਗਿਣਾਏ ਆ ਤੁਹਾਨੂੰ, ਤਾਂ ਹੁਣ ਸੁਖਬੀਰ ਸਿੰਘ ਬਾਦਲ ਦੇ ਸੰਬੰਧ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਮਰ ਵਿਜੇ ਪ੍ਰਤਾਪ ਜਿਨ੍ਹਾਂ ਨੂੰ ਅੱਗੇ ਕਰਕੇ ਜਿਨ੍ਹਾਂ ਦੀ ਇਨਕੁਆਇਰੀ ਦੀ ਗੱਲ ਕਰਕੇ ਇਹਨਾਂ ਨੇ ਵੋਟਾਂ ਲਈਆਂ ਨੇ ਆਮ ਆਦਮੀ ਪਾਰਟੀ ਨੇ, ਹੁਣ ਉਹੀ ਕਹਿ ਰਹੇ ਆ ਕਿ ਭਾਈ ਸੁਖਬੀਰ ਦੀ ਤਾਂ ਗ੍ਰਿਫਤਾਰੀ ਉਹ ਕੀਤੀ ਜਾਣੀ ਚਾਹੀਦੀ ਹੈ, ਸਮਨ ਕਰਨ ਦੀ ਲੋੜ ਹੀ ਨਹੀਂ ਹੈਗੀ। ਤਾਂ ਇੱਕ ਤਾਂ ਉਹ ਚੀਜ਼, ਦੂਜਾ ਪਿਛਲੇ ਜਿਹੜੇ ਮੈਂ ਗਿਣਾਏ ਆ ਮੁੱਦੇ ਉਹਨਾਂ ਦੇ ਫੇਲ ਹੋਣ ਦੇ ਕਰਕੇ ਕੀ ਲੱਗਦਾ ਕਿ ਸਰਕਾਰ ਦੇ ਉੱਪਰ ਪ੍ਰੈਸ਼ਰ ਪੈ ਗਿਆ ਕਿ ਸੁਖਬੀਰ ਨੂੰ ਕਿਸੇ ਤਰੀਕੇ ਦੇ ਨਾਲ ਦਬੋਚਿਆ ਹੀ ਜਾਵੇ। ਕਮਰ ਵਿਜੇ ਪ੍ਰਤਾਪ ਨੇ ਜਿਸ ਤਰੀਕੇ ਨਾਲ ਪ੍ਰੈਸ਼ਰ ਪਾਇਆ, ਨਹੀਂ ਤਾਂ ਕਮਰ ਵਿਜੇ ਜਿਸ ਤਰੀਕੇ ਨਾਲ ਹਮਲਾਵਰ ਨੇ ਸਥਿਤੀ ਹੱਥੋਂ ਬਾਹਰ ਨਿਕਲ ਸਕਦੀ ਹੈ ਸਰਕਾਰ ਦੀ। ਕਮਰ ਵਿਜੇ ਪ੍ਰਤਾਪ ਦੇ ਤੇ ਉਹਨਾਂ ਪ੍ਰੈਸ਼ਰ ਸਰਕਾਰ ਦਾ ਉਹਨਾਂ ਲੱਗਦਾ ਨਹੀਂ, ਕਿਉਂਕਿ ਕਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ ਆ, ਚੁੱਪ ਕਰਾਇਆ ਜਾ ਸਕਦਾ। ਅਜੇ ਕਮਰ ਵਿਜੇ ਪ੍ਰਤਾਪ ਨੇ ਅਸਲ 'ਚ ਰਾਜਨੀਤਿਕ ਗੁਰ ਨਹੀਂ ਸਿੱਖੇ ਜਿੱਦਾਂ ਦੇ ਰਵਾਇਤੀ ਲੀਡਰ ਜਿਹੜੇ ਸਿੱਖੇ ਹੁੰਦੇ ਨੇ। ਉਹ ਬੰਦਾ ਸਪਸ਼ਟਵਾਦੀ ਜਿਹਾ ਹੈਗਾ ਕਿ ਜੋ ਮਨ 'ਚ ਆਇਆ ਉਹ ਸਥਿਤੀ ਬਿਆਨ ਕਰ ਦਿੰਦਾ। ਸਰਕਾਰ ਇਸ ਵੇਲੇ ਜ਼ਰੂਰ ਪ੍ਰੈਸ਼ਰ 'ਚ ਆ। ਪ੍ਰੈਸ਼ਰ ਉਹੀ ਹੈ ਜਿਹੜੀ ਮੈਂ ਆਪਣਾ ਪ੍ਰਸ਼ਨ ਜਿੱਥੋਂ ਸ਼ੁਰੂ ਕੀਤਾ ਹੈ ਕਿ ਬਰਗਾੜੀ ਮੋਰਚੇ ਨੇ 1 ਤਰੀਕ ਨੂੰ ਅਹਿਮ ਐਲਾਨ ਕਰਨਾ ਆ ਮੋਰਚੇ ਨੂੰ ਲੈ ਕੇ, ਤਾਂ ਸਰਕਾਰ ਦਾ ਯਤਨ ਆ ਕਿ ਉਸ ਐਲਾਨ ਤੋਂ ਪਹਿਲਾਂ ਸੁਖਬੀਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੱਥ ਜਿਹੜਾ ਪਾ ਲਿਆ ਜਾਵੇ। ਇਸੇ ਹੀ ਕਾਰਨ 30 ਅਗਸਤ ਰੱਖੀ ਗਈ ਆ। ਇਹ 2 ਤਰੀਕ ਵੀ ਹੋ ਸਕਦੀ, 3 ਸਤੰਬਰ ਵੀ ਹੋ ਸਕਦੀ ਸੀ, ਪਰ ਐਨ 1 ਸਤੰਬਰ ਦਾ ਉਸ ਬਰਗਾੜੀ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਵੱਲੋਂ ਕੀਤੇ ਸੰਘਰਸ਼ ਦੇ ਐਲਾਨ ਦਾ, ਤੇ ਦੂਜੇ ਪਾਸੇ ਕਮਰ ਵਿਜੇ ਪ੍ਰਤਾਪ ਸਿੰਘ ਵਰਗੇ ਜਿਹੜੇ ਵਿਧਾਇਕ ਨੇ ਉਹਨਾਂ ਦੀ ਆਪਣੀ ਪਾਰਟੀ ਦੇ ਬੰਦੇ, ਉਹਨਾਂ ਵੱਲੋਂ ਵੱਖ-ਵੱਖ ਪਲੇਟਫਾਰਮ ਤੇ ਇਸ ਮੁੱਦੇ ਨੂੰ ਚੁੱਕਣ ਦੇ ਕਾਰਨ ਸਰਕਾਰ ਜ਼ਰੂਰ ਇਸ ਮੁੱਦੇ ਤੇ ਪ੍ਰੈਸ਼ਰਾਈਜ਼ ਹੈਗੀ ਆ, ਕਿਉਂਕਿ ਇਸ ਵੇਲੇ ਸਿਰਫ ਤੇ ਸਿਰਫ ਸਰਕਾਰ ਦਾ ਧਿਆਨ ਕਾਂਗਰਸ ਦੇ ਭ੍ਰਿਸ਼ਟਾਚਾਰ ਮੰਤਰੀਆਂ, ਸਾਬਕਾ ਮੰਤਰੀਆਂ ਨੂੰ ਅੰਦਰ ਕਰਨ ਵੱਲ ਲੱਗਾ ਹੋਇਆ। ਤੇ ਸ਼ਾਇਦ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਜਿਹੜਾ ਬੇਅਦਬੀ ਦਾ ਮੁੱਦਾ ਸੀ, ਉਹ ਗੋਲੀਕਾਂਡ ਦਾ ਮੁੱਦਾ ਸੀ, ਸ਼ਾਇਦ ਸਰਕਾਰ ਉਸ ਤੋਂ ਥਿੜਕ ਗਈ ਆ। ਇਸੇ ਹੀ ਕਾਰਨ ਇੱਕਦਮ ਇਹ ਜਿਹੜਾ ਐਪੀਸੋਡ ਵਰਤਿਆ
SIT ਦਾ ਤਲਬ ਕੀਤੇ ਜਾਣਾ, ਸੁਖਬੀਰ ਸਿੰਘ ਬਾਦਲ ਦਾ ਬਾਹਰ ਆਉਣਾ ਤੇ ਕੰਵਰ ਵਿਜੇ ਪ੍ਰਤਾਪ ਸਿੰਘ ਦਾ ਇਹਦੇ ਸੰਬੰਧੀ ਬਿਆਨ ਦੇਣਾ, ਇਹ ਚੀਜ਼ਾਂ ਪੇਸ਼ ਕਰਦੀਆਂ ਨੇ ਕਿ ਸਰਕਾਰ ਇਸ ਮੁੱਦੇ ਨੂੰ ਲੈ ਕੇ ਇੱਕ ਭਾਰੀ ਦਬਾਅ ਦੇ ਵਿੱਚ ਚੱਲਦੀ ਪਈ ਆ। ਬੇਸ਼ੱਕ ਸਰਕਾਰ ਵੱਲੋਂ ਆਏ ਦਿਨ ਕੋਈ ਮੰਤਰੀ ਫੜ ਕੇ ਲੋਕਾਂ ਦਾ ਧਿਆਨ ਦੂਜੇ ਪਾਸੇ ਦਬਾਉਣ ਦਾ ਯਤਨ ਕੀਤਾ ਜਾਂਦਾ, ਪਰ ਜਿਉਂ-ਜਿਉਂ 1 ਸਤੰਬਰ ਲਾਗੇ ਆ ਰਹੀ ਹੈ, ਸਰਕਾਰ ਪਰੇਸ਼ਾਨੀ ਜਾਂ ਮਾਨਸਿਕ ਦਬਾਅ ਦੇ ਵਿੱਚ ਜ਼ਰੂਰ ਕੰਮ ਕਰਦੀ ਨਜ਼ਰ ਆ ਰਹੀ ਹੈ, ਜਿਸ ਦੇ ਸਿੱਟੇ ਜਿਹੜੇ ਅੱਜ ਇਹ ਦਿਖਾਈ ਦਿੱਤੇ ਨੇ ਜੀ। ਬਿਲਕੁਲ। ਤਾਂ ਅੱਗੇ ਇਹਦੇ ਵਿੱਚ ਕੀ ਹੋਣ ਜਾ ਰਿਹਾ, ਕੱਲ ਤੱਕ ਅਸੀਂ ਜਿਹੜੀਆਂ ਨਵੀਆਂ ਅਪਡੇਟਸ ਤੁਹਾਨੂੰ ਜਿਹੜੀਆਂ ਦਵਾਂਗੇ, ਅਸੀਂ ਇਸ ਪੂਰੇ ਮੁੱਦੇ ਦੇ ਉੱਪਰ ਪੂਰੀ ਨਜ਼ਰ ਬਣਾਏ ਹੋਏ ਆ। ਕੱਲ ਤੱਕ ਕੀ ਅਪਡੇਟਸ ਇਹਦੇ ਵਿੱਚ ਆਉਂਦੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ। ਫਿਲਹਾਲ ਲਈ ਇਹ ਜ਼ਰੂਰ ਅਪਡੇਟ ਹੈ, ਲਗਾਤਾਰ ਅਸੀਂ ਇਹਦੇ ਤੇ ਨਜ਼ਰ ਬਣਾਈ ਰੱਖਾਂਗੇ। ਤਾਂ ਅਣਖ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।